कर तेरमा फुरमान तेरा सिरे ऊपर, फिर ना करत विचार। तू ही दरिया तू ही करिया, तुझे ते निस्तार। बंदे बंदगी इख्तियार, साहिब रोस धरो के प्यार। रहाओ नाम तेरा आधार मेरा, ज्यों फूल जई है नार। कह कबीर गुलाम घर का, जियाए पावे मार। वाहिगुरु जी का खालसा, वाहिगुरु जी की फतेह। गुरु सवारी साध संगत जीओ, भगत कबीर जी ने इस पावन शब्द विच प्राणी मात्र ਲਈ ਇਹ ਉਪਦੇਸ਼ ਕੀਤਾ ਹੈ तथा अपने आप ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਹਾਜ਼ਰ ਕਰਕੇ ਪਰਮੇਸ਼ਵਰ ਨਾਲ ਗੱਲ ਕੀਤੀ। ਕਈ ਲੋਕ ਸਮਝਦੇ ਨੇ ਕਿ ਗੁਰਬਾਣੀ ਕੋਈ ਮੰਤਰ ਹੈ। ਸੱਚਮੁੱਚ ਇਹ ਆਮ ਭੋਲੇ ਭਾਲੇ ਲੋਕਾਂ ਲਈ ਬੜੀ ਮੁਸ਼ਕਲ ਪੈਦਾ ਹੋ ਗਈ, ਕਿਉਂਕਿ ਜਦੋਂ ਤੋਂ ਲੋਕਾਂ ਨੇ ਆਪ ਬਾਣੀ ਪੜ੍ਹਨ ਤੇ ਵਿਚਾਰਨ ਦਾ ਮਾਰਗ ਛੱਡਿਆ ਹੈ, ਤਾਂ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਠੱਗ ਬਿਰਤੀ ਵਾਲੇ ਲੋਕਾਂ ਨੇ, ਮੈਂ ਉਹਨਾਂ ਮਹਾਂਪੁਰਖਾਂ ਦੀ ਗੱਲ ਨਹੀਂ ਕਰਦਾ ਜਿਹੜੇ ਲੋਕਾਂ ਨੂੰ ਪਰਮੇਸ਼ਵਰ ਨਾਲ ਜੋੜਦੇ ਨੇ, ਗੁਰੂ ਨਾਲ ਜੋੜਦੇ ਨੇ, ਪਰ ਉਹਨਾਂ ਲੋਕਾਂ ਦੀ ਗੱਲ ਜ਼ਰੂਰ ਕਰਦਾ ਜਿਹੜੇ ਇਸ ਤਰ੍ਹਾਂ ਦੇ ਰੂਪ ਧਾਰ ਕੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਦੇ ਨੇ ਕਿ ਅਸੀਂ ਬੜੇ ਪਹੁੰਚੇ ਹੋਏ ਹਾਂ। ਜਿਵੇਂ ਕਿ ਆਮ ਅਨਪੜ੍ਹ ਲੋਕਾਂ ਵਿੱਚ ਦੇਖਿਆ, ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਦੰਭੀ ਪਖੰਡੀ ਹੋਵੇ, ਉਹ ਜੀ ਬੜੇ ਪਹੁੰਚੇ ਹੋਏ ਨੇ। ਅਤੇ ਮੈਂ ਕਈ ਵਾਰੀ ਹਾਸੇ ਨਾਲ ਪੁੱਛ ਲੈਂਦਾ, ਗੁਰਮੁਖੋ ਕਿੱਥੇ ਪਹੁੰਚੇ ਨੇ? ਇਹ ਤਾਂ ਸਾਨੂੰ ਪਤਾ ਨਹੀਂ ਜੀ ਕਿੱਥੇ ਪਹੁੰਚੇ। ਅਤੇ ਜਿਨ੍ਹਾਂ ਲਈ ਉਹ ਪਹੁੰਚੇ ਸ਼ਬਦ ਵਰਤਦੇ ਨੇ, ਜੇ ਉਹਨਾਂ ਨੂੰ ਪੁੱਛ ਲਓ ਜੀ ਤੁਸੀਂ ਕਿੱਥੇ ਪਹੁੰਚੇ ਹੋ, ਅਤੇ ਉਹਨਾਂ ਦੇ ਪੱਲੇ ਵੀ ਕੱਖ ਨਹੀਂ। ਖਿਮਾ ਕਰਨਾ, ਕੱਲ੍ਹ ਵੀ ਇੱਕ ਸੱਜਣ ਦਾ ਫੋਨ ਆਇਆ, ਸਾਡੇ ਨੇੜੇ ਇਸਮਾਇਲਾਬਾਦ ਦੇ ਪਿੰਡ ਦੇ ਸਰਪੰਚ ਸਰ ਹਰਪਾਲ ਸਿੰਘ ਕਹਿ ਰਹੇ ਸਨ, ਕਿਉਂ ਬਾਬਾ ਜੀ ਇਹ ਬਾਣੀ ਮੰਤਰ ਨੇ ਕਿ ਫਲਾਣਾ ਮੰਤਰ ਪੜ੍ਹਨ ਦੇ ਨਾਲ ਇਹ ਸਾਨੂੰ ਲਾਭ ਹੋਵੇ। ਮੈਂ ਕਿਹਾ ਭੋਲਿਓ, ਇਹ ਖਿਆਲ ਉਦੋਂ ਤੋਂ ਲੋਕਾਂ ਦੇ ਮਨਾਂ ਵਿੱਚ ਆਇਆ ਜਦ ਤੱਕ ਲੋਕਾਂ ਨੇ ਆਪ ਬਾਣੀ ਪੜ੍ਹਨੀ ਛੱਡ ਦਿੱਤੀ, ਆਪ ਬਾਣੀ ਸੁਣਨੀ ਛੱਡ ਦਿੱਤੀ, ਅਤੇ ਲੋਕਾਂ ਵੱਲ ਵੇਖਣ ਲੱਗੇ ਕਿ ਬਾਬੇ ਬਚਨ ਕਰਨਗੇ, ਬਾਬੇ ਅਸ਼ੀਰਵਾਦ ਦੇਣਗੇ, ਬਾਬੇ ਥਾਪੜਾ ਦੇਣ। ਨਹੀਂ ਭਾਈ, ਬਾਣੀ ਜੀਵਨ ਜਾਚ ਹੈ। ਜੀਵਨ ਜਾਚ ਉਹ ਹੁੰਦੀ ਹੈ ਜਿਹਨੂੰ ਜੀਵਨ ਦਾ ਤਰੀਕਾ, ਵੇ ਆਫ ਲਾਈਫ, ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਜੁਗਤੀ ਬਾਣੀ ਵਿੱਚ ਹੈ। ਜ਼ਿੰਦਗੀ ਤਾਂ ਹੀ ਚੰਗੀ ਬਣਨੀ ਜੇ ਬਾਣੀ ਨੂੰ ਆਪ ਪੜ੍ਹਾਂਗੇ। ਤੋ ਭਗਤ ਕਬੀਰ ਜੀ ਵੀ ਇਸ ਸ਼ਬਦ ਦੇ ਅੰਦਰ ਬੜੀ ਵੱਡੀ ਗੱਲ ਕਰਦੇ ਨੇ। ਬੰਦੇ ਬੰਦਗੀ ਇਖਤਿਆਰ, ਹੇ ਬੰਦੇ, ਜੇ ਤੂੰ ਸੱਚਮੁੱਚ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਤਾਂ ਫਿਰ ਬੰਦਗੀ ਇਖਤਿਆਰ, ਕਿਉਂਕਿ ਬਾਣੀ ਦਾ ਸਿਧਾਂਤ ਇਹ ਹੈ ਬੰਦਾ ਹੋਏ ਬੰਦਗੀ ਗਹਿ ਹੈ।
ਬੰਦਾ ਕਹਿੰਦੇ ਹੀ ਉਸ ਨੂੰ ਨੇ ਜਿਹੜਾ ਬੰਦਗੀ ਕਰਦਾ। ਜਿਹੜਾ ਬੰਦਗੀ ਨਹੀਂ ਕਰਦਾ ਉਹਨੂੰ ਫਿਰ ਗੰਦਾ ਕਿਹਾ ਜਾਂਦਾ। ਪਾਤਸ਼ਾਹ ਦਾ ਕਥਨ ਹੈ, ਸੋ ਜੀਵਤ ਜਿਹੇ ਜੀਵਤ ਜਪਿਆ। ਅਸਲ ਜਿਉਂਦਾ ਹੀ ਉਹਨੂੰ ਸਮਝੋ ਜਿਹਨੇ ਜਿਉਂਦਿਆਂ ਉਸ ਪਰਮਾਤਮਾ ਦਾ ਸਿਮਰਨ ਕੀਤਾ। ਜਿਹਨੇ ਸਿਰਫ ਐਸ਼ ਲੁੱਟੀ ਹੈ, ਖਾਧਾ ਪੀਤਾ, ਮੌਜਾਂ ਲਈਆਂ ਨੇ ਤੇ ਪਰਮਾਤਮਾ ਦਾ ਨਾਮ ਕਦੇ ਚੇਤੇ ਨਹੀਂ ਕੀਤਾ, ਉਹਨੂੰ ਤੇ ਜਿਉਂਦੀ ਲਾਸ਼ ਕਿਹਾ ਜਾ ਸਕਦਾ। ਗੁਰਬਾਣੀ ਦੇ ਸਿਧਾਂਤ ਮੁਤਾਬਕ ਸੋ ਜੀਵਤ ਜੇ ਜੀਵਤ ਜਪਿਆ, ਜਿਸ ਨੇ ਜਿਉਂਦਿਆਂ ਪਰਮਾਤਮਾ ਨੂੰ ਯਾਦ ਕੀਤਾ ਉਹੀ ਜਿਉਂਦਾ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ, ਬੰਦੇ ਬੰਦਗੀ ਇਖਤਿਆਰ। ਹੇ ਬੰਦੇ, ਜੇ ਤੂੰ ਸੱਚਮੁੱਚ ਬੰਦਾ ਹੈ, ਬੰਦਾ ਹੋਏ ਬੰਦਗੀ ਗਏ ਹੈ, ਉਸ ਪਰਮਾਤਮਾ ਦਾ ਸਿਮਰਨ ਕਰਨਾ ਕਰ। ਇਖਤਿਆਰ ਦਾ ਮਤਲਬ ਹੈ ਧਾਰਨ ਕਰ। ਇਸ ਕਾਰਜ ਨੂੰ ਕਰਨਾ ਸ਼ੁਰੂ ਕਰ ਦੇ, ਕਬੂਲ ਕਰ। ਜਿੱਥੇ ਹੋਰ ਸਭ ਕੁਝ ਕਰਦਾ ਉੱਥੇ ਉਹਦੀ ਬੰਦਗੀ ਵੀ ਕਰਿਆ ਕਰ। ਤੋ ਸਾਰੀ ਗੁਰਬਾਣੀ ਆਦਿ ਤੋਂ ਲੈ ਕੇ ਅੰਤ ਤੀਕਰ ਇਹੀ ਸਿੱਖਿਆ ਤੇਰੀ। ਅਗਲੀ ਪੰਕਤੀ 'ਚ ਕਹਿੰਦੇ, ਸਾਹਿਬ ਰੋਸ ਧਰੋ ਕੇ ਪਿਆਰ। ਮਾਲਕ ਗੁੱਸਾ ਕਰੇ ਜਾਂ ਪਿਆਰ ਕਰੇ, ਤੂੰ ਉਹਦੀ ਬੰਦਗੀ ਕਰਨੀ ਹੈ। ਜੇ ਇਸ ਜੀਵਨ ਜਾਚ ਨੂੰ ਸਿੱਖਣਾ ਹੋਵੇ ਤੇ ਆਸਾ ਕੀ ਵਾਰ ਪੜੀ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸਨੂੰ ਅਗਲੀ, ਉਹ ਵਜੋਂ ਵੀ ਧੂਣਾ ਖਾਏ। ਆਖਿਆ ਜੇ ਚਾਕਰ ਲੱਗੇ ਫਿਰ ਚਾਕਰੀ ਕਰੇ, ਪਰ ਮਾਲਕ ਦੀ ਰਜ਼ਾ ਵਿੱਚ ਚੱਲੇ। ਮਾਲਕ ਦੇ ਕੰਮਾਂ ਤੇ ਕਿੰਤੂ ਪਰੰਤੂ ਨਾ ਕਰੇ। ਤੇ ਜਿਹੜਾ ਮਾਲਕ ਦੇ ਕੰਮਾਂ ਤੇ ਕਿੰਤੂ ਪਰੰਤੂ ਕਰਦਾ ਉਹ ਬਰਾਬਰੀ ਕਰਦਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਕਣੇਰੀਆਂ, ਖਸਮ ਨਾ ਪਾਏ ਸਾਧ। ਆਖਿਆ ਨਾਲੇ ਕਹੇ ਮੈਂ ਨੌਕਰ ਹਾਂ, ਨਾਲੇ ਅੱਗੋਂ ਜਵਾਬ ਦੇ, ਅੱਗੋਂ ਵਾਧੂ ਗੱਲਾਂ ਕਰੇ, ਕਦੇ ਮਾਲਕ ਨੂੰ ਚੰਗਾ ਨਹੀਂ ਲੱਗ ਸਕਦਾ। ਜਿਹੜਾ ਬਰਾਬਰੀ ਕਰੇਗਾ ਉਹ ਤਾਂ ਫਿਰ ਜੁੱਤੀਆਂ ਖਾਏਗਾ, ਉਹ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ। ਲਓ ਇਹ ਜੀਵਨ ਜਾਚ ਹੈ, ਜੇ ਕੋਈ ਸਿੱਖ ਲਵੇ। ਭਗਤ ਜੀ ਕਹਿ ਰਹੇ ਨੇ, ਬੰਦੇ ਬੰਦਗੀ ਇਖਤਿਆਰ। ਹੇ ਬੰਦੇ, ਜੇ ਤੂੰ ਬੰਦਾ ਬਣਨਾ ਹੈ ਤਾਂ ਫਿਰ ਤੂੰ ਬੰਦਗੀ ਧਾਰਨ ਕਰ, ਬੰਦਗੀ ਵਾਲੇ ਰਾਹ ਤੁਰ। ਸਿੱਖ ਇਤਿਹਾਸ ਨੂੰ ਪੜ੍ਹ ਕੇ ਦੇਖੋ, ਕਲਗੀਆਂ ਵਾਲੇ ਪਾਤਸ਼ਾਹ ਸਾਰੇ ਕਾਰਜ ਕਰਨ ਤੋਂ ਬਾਅਦ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਤੇ ਉੱਥੇ ਗੋਦਾਵਰੀ ਦੇ ਕੰਢੇ ਇੱਕ ਮਾਧੋ ਦਾਸ ਬੈਰਾਗੀ ਹੈ, ਬੜਾ ਉਸ ਇਲਾਕੇ ਵਿੱਚ ਉਹਦਾ ਚਰਚਾ ਹੈ, ਬੜਾ ਉਹਦਾ ਦਬਦਬਾ ਹੈ, ਬੜੇ ਲੋਕ ਉਸ ਤੋਂ ਡਰਦੇ ਹਨ ਤੇ ਕਹਿੰਦੇ ਨੇ ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਪਾਤਸ਼ਾਹ ਇਹੋ ਜਿਹੇ ਗਲਤ ਰਸਤੇ ਤੁਰੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਕਹੇ। ਸਾਥੀ ਸਿੰਘਾਂ ਸਮੇਤ ਉਹਦੇ ਆਸ਼ਰਮ ਵਿੱਚ ਚਲੇ ਗਏ। ਉਹ ਆਸ਼ਰਮ ਵਿੱਚੋਂ ਗੈਰ ਹਾਜ਼ਰ ਹੈ। ਉਸ ਨੇ ਆਪਣੇ ਆਸ਼ਰਮ ਵਿੱਚ ਇੱਕ ਪਲੰਘ ਡਾਇਆ ਹੋਇਆ,
ਉਸ ਤੇ ਚੇਲੇ ਵੀ ਉਹੋ ਜਿਹੇ ਨੇ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਉਦੋਂ ਵੀ ਅੱਗੇ ਨੇ। ਜਿਹੜਾ ਵੀ ਕੋਈ ਮਹਾਤਮਾ, ਕੋਈ ਉਹੋ ਜਿਹਾ ਬੰਦਾ, ਉਹਨੂੰ ਪਲੰਘ 'ਤੇ ਬਿਠਾਉਣਾ ਅਤੇ ਪਲੰਘ ਉਲਟਾ ਦੇਣਾ, ਉਹਦੀ ਬੇਇੱਜ਼ਤੀ ਕਰ ਦੇਣੀ, ਹੱਤਕ ਕਰ ਦੇਣੀ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਵੀ ਉਸ ਡੇਰੇ ਵਿੱਚ ਗਏ। ਪਾਤਸ਼ਾਹ ਪਲੰਘ 'ਤੇ ਜਾ ਕੇ ਬੈਠ ਗਏ। ਚੇਲਿਆਂ ਨੇ ਉਹੀ ਹਰਕਤ ਕਰਨ ਦਾ ਯਤਨ ਕੀਤਾ, ਪਰ ਸਮਰੱਥ ਗੁਰੂ ਦੇ ਸਾਹਮਣੇ ਕੌਣ ਅੜੇ। ਗੱਲ ਕੀ, ਉਹਨਾਂ ਦੀ ਕੋਈ ਦਾਲ ਨਹੀਂ ਗਲੀ। ਉਹ ਆਪਣੇ ਗੁਰੂ ਕੋਲ ਪਹੁੰਚੇ, ਭਾਵ ਮਾਧੋ ਦਾਸ ਬੈਰਾਗੀ ਕੋਲ ਪਹੁੰਚੇ, ਹਾਲ ਪਾਰਿਆ ਕੀਤੀ। ਸਾਡੇ ਤਾਂ ਡੇਰੇ ਦੀ ਸਾਰੀ ਮਰਿਆਦਾ ਹੀ ਖਰਾਬ ਕਰਤੀ। ਕੋਈ ਐਸਾ ਚਮਤਕਾਰੀ ਨੂਰਾਨੀ ਚਿਹਰੇ ਦਾ ਮਾਲਕ ਆਇਆ, ਉਹ ਪਲੰਘ 'ਤੇ ਬੈਠੇ ਨੇ। ਉਹਦੇ ਸਾਥੀਆਂ ਨੇ ਸਾਡੇ ਬੱਕਰੇ ਬੱਕਰੀਆਂ ਵੀ ਝਟਕ ਦਿੱਤੇ ਨੇ। ਮਾਧੋ ਦਾਸ ਨੂੰ ਬੜਾ ਗੁੱਸਾ ਆਇਆ। ਉਹਨੇ ਆਪਣਾ ਸਭ ਚਾਰਾਜੋਈ ਕੀਤੀ, ਪਰ ਕੋਈ ਦਾਲ ਨਾ ਗਲੀ। ਆਖਰ ਆਸ਼ਰਮ ਵਿੱਚ ਪਹੁੰਚਿਆ। ਉਹ ਹੁਣ ਢਿੱਲਾ ਪੈ ਚੁੱਕਾ ਸੀ। ਉਹਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਢੇਰੀ ਹੋ ਗਈਆਂ ਸਨ। ਹੁਣ ਉਹ ਗੁਰੂ ਦੇ ਚਰਨਾਂ 'ਤੇ ਆ ਪਿਆ। ਤੇ ਗੁਰੂ ਪਾਤਸ਼ਾਹ ਨੇ ਪੁੱਛਿਆ, ਤੇਰਾ ਕੀ ਨਾਮ ਹੈ? ਆਂਦਾ ਜੀ ਬੰਦਾ। ਕਿਸ ਦਾ ਬੰਦਾ? ਤੁਹਾਡਾ ਬੰਦਾ। ਫਿਰ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਫਿਰ ਐਸਾ ਬੰਦਾ ਬਣਾਇਆ। ਅਗਲੀ ਸਾਖੀ ਬਹੁਤ ਲੰਬੀ ਹੈ। ਜੋ ਕੁਝ ਬੰਦਾ ਸਿੰਘ ਬਹਾਦਰ ਨੇ ਕੀਤਾ ਉਹ ਬਹੁਤ ਲੰਬਾ ਹੈ। ਮੈਂ ਸਿਰਫ ਅਰਥ ਕਰ ਰਿਹਾ, ਬੰਦਾ ਕਵਾ ਲੈਣਾ ਸੌਖਾ ਹੈ, ਬੰਦਾ ਬਣਨਾ ਬੜਾ ਮੁਸ਼ਕਿਲ। ਤੇ ਭਗਤ ਕਬੀਰ ਜੀ ਕਹਿ ਰਹੇ ਨੇ, ਬੰਦੇ ਬੰਦਗੀ ਇਖਤਿਆਰ। ਜੇ ਤੂੰ ਬੰਦਾ ਹੈ ਤੇ ਬੰਦਗੀ ਕਰ। ਫਿਰ ਜੇ ਤੂੰ ਬੰਦਗੀ ਕਰਨੀ ਹੈ, ਫਿਰ ਸਾਹਿਬ ਰੋਸ ਤਰੋ ਕੇ ਪਿਆਰ। ਫਿਰ ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਫਿਰ ਆਪਾ ਗਵਾ ਕੇ ਸੇਵਾ ਕਰ। ਉਹ ਕਾਹਦੀ ਨੌਕਰੀ ਹੈ? ਏਕ ਨੇ ਹੀ ਚਾਕਰੀ, ਜਿਤ ਭਉ ਖਸਮ ਨ ਜਾਏ। ਇਹ ਕਿਹੋ ਜਿਹੀ ਚਾਕਰੀ? ਚਾਕਰੀ ਕਰੇ ਤੇ ਮਾਲਕ ਦਾ ਡਰ ਉਹਦੇ ਅੰਦਰੋਂ ਜਾਏ ਨਾ, ਬੜੀ ਡੂੰਘੀ ਗੱਲ ਹੈ। ਆਖਿਆ ਜਿਹੜਾ ਆਪਾ ਗਵਾ ਕੇ ਸੇਵਾ ਕਰਦਾ, ਉਹਨੂੰ ਫਿਰ ਡਰਨ ਦੀ ਲੋੜ ਨਹੀਂ ਪੈਂਦੀ। ਉਹ ਤੇ ਆਪਣੇ ਸਾਹਿਬ ਦੀਆਂ ਨਜ਼ਰਾਂ ਦਾ ਤਾਰਾ ਬਣ ਜਾਂਦਾ ਹੈ। ਉਹ ਤੇ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਆਖਿਆ ਜੇ ਉਸ ਦੀ ਬੰਦਗੀ ਕਰਨੀ ਹੈ, ਫਿਰ ਸਾਹਿਬ ਰੋਸ ਤਰੋ ਕੇ ਪਿਆਰ। ਸਾਹਿਬ ਭਾਵੇਂ ਗੁੱਸਾ ਕਰੇ ਤੇ ਭਾਵੇਂ ਪਿਆਰ ਕਰੇ। ਪੜ੍ਹੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ, ਜੇ ਪਾਸ ਬਾਹਰ ਲੈ ਤਾਂ ਤੇਰੀ ਉਪਮਾ, ਜੇ ਮਾਰ ਕੱਢੈ ਪੀ ਧਿਆਈ। ਹੇ ਵਾਹਿਗੁਰੂ, ਮੈਂ ਆਪਣਾ ਆਪ ਸਭ ਕੁਝ ਖਵਾ ਕੇ ਤੇਰੀ ਸੇਵਾ ਕਰਾਂ। ਸੇਵਕ ਬਣਨਾ ਬੜਾ ਔਖਾ। ਜੇ ਕਿਸੇ ਨੇ ਸੇਵਕ ਬਣਨਾ ਹੋਵੇ ਤੇ ਗੁਰੂ ਅੰਗਦ ਦੇਵ ਜੀ ਨੂੰ ਪੁੱਛੋ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ। ਹੁਕਮ ਪਛਾਣ ਕੇ ਤਾਂ ਸਾਹਿਬ ਮਿਲਣਾ। ਤਾਂ ਭਗਤ ਜੀ ਕਹਿੰਦੇ ਨੇ, ਜੇ ਜੀਵਨ ਨੂੰ ਸਫਲ ਕਰਨਾ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ।
रहाओ, ये शब्द का सेंट्रल आइडिया। फिर साहिब नाल सीधी गल की, आख्या मालक फरमान तेरा सिर है ऊपर, फिर न करत विचार। फरमान तेरा हुक्म, तेरा ऑर्डर, तेरी आज्ञा सिर है ऊपर, मैनू सिर मत्थे ते परवान। तेरे हुक्म दे सामने मेरी की जरूरत है, मैं कोई हुज्जत कर, मैनू कोई विचार करने की लोड़ नहीं। जो तुहाडा हुक्म है सिर मत्थे ते परवान। जे तुसी मैनू जे राज बाहर लै तां तेरी उपमा, जे मैनू राजा बना देवे तां भी तेरी वडियाई, जे तू मेरे को भीख मंगावे तां भी मैं राजी हाँ। मैनू ये विचार करने की लोड़ ही नहीं। पढ़ो कदे गुरु अंगद देव जी का जीवन। गुरु नानक देव सच्चे पातशाह ने जो हुक्म किया सिर मत्थे ते मन। घरों गए, बड़े सोहने रेशमी कपड़े पाए हुए सन। लंगर लई एक लूण का ढेला सिर ते चुक के लियाए। घर गए, लूण लंगर वाले जगह ते रखिया। माता सुलखणी जी नूं मत्था टेकिया, पुछया गुरु नानक पातशाह कित्थे ने? कहंदे वो तां खेतां विच काम कराउंदे ने। उत्थे जा पहुंचे। जीरी दे दिन सन, मुंजी दे खेत लगे हुए सन। पातशाह ਉਹਦੇ ਚੋਂ नदीन कढ़ा रहे सन। ਹੁਣ ਸਭ ਨੂੰ ਪਤਾ ਹੈ ਨਦੀਨ ਕੀ ਹੁੰਦਾ। ਉਹ ਜਿਹੜਾ ਵਾਧੂ ਘਾਹ ਮੁੰਜੀ ਵਿੱਚ ਪੈਦਾ ਹੋ ਜਾਂਦਾ ਉਹਨੂੰ ਨਦੀਨ ਕਹਿੰਦੇ ਨੇ। ਉਹ ਕਢਾ ਕੇ ਬੰਨੇ ਤੇ ਰੱਖੀ ਜਾਂਦੇ ਨੇ। ਫਿਰ ਉਹ ਸਾਰੇ ਨਦੀਨ ਨੂੰ ਇਕੱਠਾ ਕਰਕੇ ਪੰਡਾਂ ਬਣਾ ਕੇ ਬਈ ਇਹ ਪੱਠੇ ਪਾਵਾਂਗੇ ਪਸ਼ੂਆਂ ਵਾਸਤੇ। ਤੇ ਭਾਈ ਲਹਿਣਾ ਜੀ ਵੀ ਪਹੁੰਚ ਗਏ। ਮੈਂ ਵੀ ਸੇਵਾ ਕਰਾਂ ਜੀ, ਲੱਗ ਪਏ। ਕਿਉਂਕਿ ਦੁਕਾਨਦਾਰ ਸਨ। ਜੀਰੀ ਦੇ ਤੇ ਘਾਹ ਦੇ ਫਰਕ ਦਾ ਪਤਾ ਨਹੀਂ। ਪਟਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਲੈਣਿਆ, ਤੂੰ ਬੂਟੇ ਲਾਉਣੇ ਨੇ, ਪਟਣੇ ਨਹੀਂ। ਰਮਝ ਹੈ। ਫਿਰ ਉਹ ਪੰਡ ਚੁਕਾ ਦਿੱਤੀ ਸਿਰ ਤੇ। ਹੁਣ ਉਹ ਗਿੱਲਾ ਘਾਹ, ਚਿੱਕੜੀ ਭਿੱਜਾ ਹੋਇਆ ਘਾਹ, ਕੱਪੜੇ ਚੋ ਚੋ ਕੇ ਸਾਰੇ ਰੇਸ਼ਮੀ ਕੱਪੜੇ ਚਿੱਕੜ ਨਾ ਭਰ ਗਏ। ਜਦੋਂ ਘਰ ਪਹੁੰਚੇ, ਪੂਜਨੀਕ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਇਹ ਕੀ ਕੀਤਾ ਜੀ? ਪ੍ਰੇਮੀ ਸਿੱਖ ਆਇਆ, ਕਿੱਥੋਂ ਲੂਣ ਦਾ ਢੇਲਾ ਚੁੱਕ ਕੇ ਲਿਆਇਆ ਲੰਗਰ ਵਾਸਤੇ, ਇੰਨੇ ਉਹਦੇ ਰੇਸ਼ਮੀ ਕੱਪੜੇ ਖਰਾਬ ਕਰ। ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਸੁਲੱਖਣੀਏ, ਇਹ ਜਿਹਨੂੰ ਤੂੰ ਕਹਿ ਰਹੀ ਹੈ ਨਾ ਗਿੱਲੇ ਘਾਹ ਦੀ ਪੰਡ, ਇਹਦੇ ਛਤਰ ਹੈ ਛਤਰ। ਤੇ ਜਿਹੜਾ ਤੂੰ ਇਹ ਘਾਹ ਕਹਿ ਰਹੀ ਹੈ ਚਿੱਕੜ ਵਾਲਾ, ਇਹਦਾ ਕੇਸਰ ਹੈ ਕੇਸਰ। ਇਹ ਰਮਜ਼ਾਂ ਕੌਣ ਸਮਝੇਗਾ? ਜਿਹੜਾ ਬਾਣੀ ਦੀ ਸਿੱਖਿਆ ਨੂੰ ਮੰਨੇਗਾ। ਉਹੀ ਫਿਰ ਭਾਈ ਲਹਿਣਾ ਜੀ ਹਰ ਪ੍ਰੀਖਿਆ ਵਿੱਚ ਪਾਸ ਹੋਏ ਤੇ ਗੁਰੂ ਅੰਗਦ ਦੇਵ ਬਣੇ। ਕਿਧਰੇ ਕਿੰਤੂ ਪਰੰਤੂ ਨਹੀਂ ਕੀਤਾ। ਫਰਮਾਨ ਤੇਰਾ ਸਿਰ ਹੈ ਉੱਪਰ, ਫਿਰ ਨ ਕਰਤ ਵਿਚਾਰ। ਜਿਹਦੇ ਅੰਦਰ ਇਹ ਨਿਸ਼ਚਾ ਹੋ ਜਾਏ ਕਿ ਮੇਰੇ ਮਾਲਕ ਦੀ ਰਜ਼ਾ ਇਹ ਹੈ, ਮੇਰੇ ਮਾਲਕ ਦਾ ਹੁਕਮ ਆਦੇਸ਼ ਇਹ ਹੈ, ਉਹ ਫਿਰ ਵਿਚਾਰਾ ਨਹੀਂ ਕਰਦਾ ਇਹ ਕੰਮ ਕਰਨਾ ਕਿ ਨਹੀਂ ਕਰਨਾ, ਇਹ ਮੇਰੇ ਕਰਨ ਵਾਲਾ ਕਿ ਨਹੀਂ ਕਰਨ ਵਾਲਾ। ਅਗਲੀ ਪੰਕਤੀ ਪੜ੍ਹੋ। ਤੂੰ ਹੀ ਦਰੀਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ। ਆਖਿਆ ਮੈਨੂੰ ਸਮਝ ਆ ਗਈ, ਤੂੰ ਹੀ ਸਮੁੰਦਰ ਹੈ, ਤੂੰ ਹੀ ਮਲਾਹ ਹੈ, ਤੇ ਤੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ। ਇਸ ਲਈ ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਮ ਹੀ ਮੇਰਾ ਆਸਰਾ ਹੈ।
ਤੇਰੇ ਨਾਮ ਆਸਰੇ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ। ਕਿਵੇਂ? ਜਿਉਂ ਫੂਲ ਜਈ ਹੈ ਨਾਰ। ਹੁਣ ਇੱਥੇ ਨਾਰ ਦੇ ਰਾਰੇ ਨੂੰ ਸਿਹਾਰੀ ਹੈ। ਇਹ ਨਾਰ ਇਸਤਰੀ ਲਈ ਨਹੀਂ, ਇਹ ਨਾਰ ਉਸ ਨਾਲੀ ਲਈ ਹੈ ਜਿਸ ਨਾਲੀ ਦੇ ਰਾਹੀਂ ਫੁੱਲ ਨੂੰ ਜੀਵਨ ਮਿਲ ਰਿਹਾ ਹੈ। ਕਮਲ ਫੁੱਲ ਪਾਣੀ ਦੇ ਉੱਪਰ ਹੁੰਦਾ, ਪਰ ਉਸ ਦੀ ਜੜ ਤੇ ਪਾਣੀ ਦੇ ਵਿੱਚ ਹੁੰਦੀ ਹੈ, ਔਰ ਉਸ ਨੂੰ ਜੋ ਜ਼ਿੰਦਗੀ ਮਿਲ ਰਹੀ ਹੈ ਉਸ ਨਾਲੀ ਦੇ ਰਾਹੀਂ ਮਿਲ ਰਹੀ। ਆਖਿਆ ਇਸੇ ਤਰ੍ਹਾਂ ਸੇਵਕ ਨੂੰ ਇਹ ਨਿਸ਼ਚਾ ਹੋ ਜਾਂਦਾ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਜਿਵੇਂ ਫੁੱਲ ਨੂੰ ਜ਼ਿੰਦਗੀ ਮਿਲਦੀ ਹੈ ਨਾਰ ਵਿੱਚੋਂ, ਨਾਰ ਨਾਲੋਂ ਟੁੱਟ ਜਾਏ ਸੁੱਕ ਜਾਏ, ਅਸਲੇ ਨਾਲੋਂ ਟੁੱਟ ਜਾਏ ਸੁੱਕ ਜਾਏ। ਜੇ ਬਿਜਲੀ ਦਾ ਕਨੈਕਸ਼ਨ ਮੇਨ ਸਵਿਚ ਨਾਲੋਂ ਟੁੱਟ ਜਾਏ ਬੁੱਝ ਜਾਏਗੀ। ਇਸੇ ਤਰ੍ਹਾਂ ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਮਾਲਕ ਤੁਹਾਡੀ ਮੌਜ ਹੈ, ਜਾਂ ਬੈਸਾ ਲੈ ਤਾਂ ਬੈਸਾ ਸੁਆਮੀ, ਜਾਂ ਭੇਜੈ ਤਾਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਜਿਵੇਂ ਤੁਸੀਂ ਚਲਾਓ ਮੈਂ ਉਵੇਂ ਚੱਲਾਂਗਾ। ਰੋਜ਼ ਪੜ੍ਹਦੇ ਹਾਂ, ਜਿਵ ਤੂੰ ਚਲਾਏ ਤਿਵੇਂ ਚੱਲੈ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਨ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੇਂ ਚਲਾਵੇ। ਭਗਤ ਕਬੀਰ ਜੀ ਸਾਨੂੰ ਜੀਵਨ ਜਾਚ ਦੱਸ ਰਹੇ ਨੇ। ਗੱਲੀ ਬਾਤੀ ਭਗਤ ਬਣਨਾ, ਸੇਵਕ ਬਣਨਾ, ਸਿੱਖ ਬਣਨਾ, ਸੰਤ ਬਣਨਾ ਬੜਾ ਸੌਖਾ ਹੈ, ਪਰ ਆਪਣਾ ਆਪ ਮਿਟਾ ਕੇ ਉਸ ਮਾਲਕ ਦੀ ਬੰਦਗੀ ਕਰਨੀ ਬੜੀ ਔਖੀ ਹੈ। ਇਸੇ ਲਈ ਕਿਸੇ ਮਹਾਂਪੁਰਸ਼ ਨੇ ਕਿਹਾ, ਸਾਈਂ ਲੋਕ ਨੇ ਉੱਥੇ ਰਹਿੰਦੇ, ਜਿੱਥੇ ਰਹਿਣ ਅਕਲ ਦੇ ਅੰਨੇ, ਨਾ ਕੋਈ ਉਹਨਾਂ ਦੀ ਰਮਦ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਉਹ ਕਦੇ ਆਪਣਾ ਆਪ ਨਹੀਂ ਜਣਾਉਂਦੇ, ਉਹ ਕਦੇ ਮੱਥੇ ਨਹੀਂ ਟਿਕਾਉਂਦੇ। ਉਹ ਕਹਿੰਦੇ ਜੋ ਕੁਝ ਹੈ ਮਾਲਕ ਹੈ। ਮੈਨੂੰ ਇੱਕ ਸਾਖੀ ਛੋਟੀ ਜਿਹੀ ਯਾਦ ਹੈ। ਭਾਈ ਬੁੱਧੂ ਸਾਹਿਬ ਹੋਏ ਨੇ ਸੇਵਾ ਪੰਥੀ ਸੰਪਰਦਾ ਵਿੱਚ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ, ਉਹਨਾਂ ਦੀ ਬੜੀ ਮਹਿਮਾ ਸੀ। ਮਹਾਰਾਜਾ ਸਾਹਿਬ ਦਰਸ਼ਨ ਕਰਨ ਗਏ, ਦੂਰ ਘੋੜਾ ਛੱਡ ਦਿੱਤਾ, ਜੋੜਾ ਵੀ ਲਾਤਾ, ਨੰਗੇ ਪੈਰੀ ਗਏ। ਕੁਦਰਤੀ ਭਾਈ ਬੁੱਧੂ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਸਨ। ਮਹਾਰਾਜਾ ਸਾਹਿਬ ਨੇ ਪਹਿਲਾਂ ਕਦੇ ਦਰਸ਼ਨ ਨਹੀਂ ਕੀਤੇ। ਆਖਿਆ ਭਾਈ ਬੁੱਧੂ ਸਾਹਿਬ ਦੇ ਦਰਸ਼ਨ ਕਰਨੇ। ਪਤਾ ਉਹਨਾਂ ਕੀ ਕਿਹਾ? ਬੁੱਧੂ ਹਾਜ਼ਰ ਹੈ, ਆਓ ਸਾਹਿਬ ਦੇ ਦਰਸ਼ਨ ਕਰਾਵਾਂ। ਅੱਗੇ ਅੱਗੇ ਤੁਰ ਪਏ, ਪਿੱਛੇ ਪਿੱਛੇ ਮਹਾਰਾਜਾ ਸਾਹਿਬ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਕਹਿਣ ਲੱਗੇ ਇਹ ਮੇਰੇ ਸਾਹਿਬ ਨੇ। ਅੱਜ ਤੇ ਸਾਹਿਬ ਦੀ ਬੇਦਬੀ ਕੀਤੀ ਜਾ ਰਹੀ, ਗੱਦੀਆਂ ਲਾ ਕੇ ਮੱਥੇ ਟਿਕਾਏ ਜਾ ਰਹੇ ਨੇ। ਨਹੀਂ ਭਾਈ, ਜੇ ਸੇਵਕ ਬਣਨਾ ਤੇ ਇਸ ਤਰ੍ਹਾਂ ਦੇ ਬਣੋ। ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਫਿਰ ਇਹ ਨਿਸ਼ਚਾ ਹੋਵੇ, ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਕਬੀਰ ਜੀ ਕਹਿੰਦੇ ਹਨ, ਹੇ ਮਾਲਕ ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੁੱਲ ਖਰੀਦਿਆ ਹੋਇਆ। ਨੌਕਰ ਕਿਧਰੇ ਜਾ ਸਕਦਾ ਹੈ ਪਰ ਗੁਲਾਮ ਜਾ ਨਹੀਂ ਸਕਦਾ। ਤੇਰੀ ਮੌਜ ਹੈ, ਜੀ ਆਏ ਭਾਵੇਂ ਮਾਰ, ਭਾਵੇਂ ਜਿਉਂਦਾ ਰੱਖ ਭਾਵੇਂ ਮਾਰ। ਪੰਗਤੀਆਂ ਤੇ 6 ਹਨ,
ਪਰ ਕਿਤਨੀ ਵੱਡੀ ਸਿੱਖਿਆ ਮੈਨੂੰ ਤੁਹਾਨੂੰ ਸਾਰਿਆਂ ਨੂੰ ਦਿੱਤੀ ਹੈ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।